Now let us continue with your questions. Now these are the questions given at the back. So though the instruction says answer the following questions in a sentence or two, but you must be clear about all the questions that are given in the book. They may come in any form. For example, though the instruction here says answer the following question in a sentence or two, this may be given to you to be answered as a long question answer. So let us start. Now first is, what does the phrase a foreign student of English mean? So what is the meaning of a foreign student of English? It simply means a student, it simply means a person who wants to learn English language but who is not a native of England. Now what is the meaning of native? Native simply means ਉੱਥੋਂ ਦਾ ਰਹਿਣ ਵਾਲਾ, ਇੰਗਲੈਂਡ ਦਾ, ਜਿਹੜਾ ਕਿ ਉੱਥੋਂ ਦਾ ਵਸਨੀਕ ਹੈ, ਜਿਹਨੂੰ ਸੋ ਇੰਗਲੈਂਡ ਦੇ ਵਿੱਚ ਨੈਚੁਰਲੀ ਕੌਣ ਰਹਿੰਦੇ ਆ? ਇੰਗਲਿਸ਼ ਮੈਨ ਐਂਡ ਇੰਗਲਿਸ਼ ਵੂਮਨ। ਸੋ ਅ ਫੋਰਨ ਸਟੂਡੈਂਟ ਆਫ ਇੰਗਲਿਸ਼ ਦਾ ਮਤਲਬ ਕੀ ਹੈ ਕਿ ਜਿਹੜਾ ਅੰਗਰੇਜ਼ ਨਹੀਂ ਹੈ, ਪਰਸਨ ਹੂ ਡਜ਼ ਨਾਟ ਹੂ ਇਜ਼ ਨਾਟ ਅ ਸਿਟੀਜ਼ਨ ਆਫ ਇੰਗਲੈਂਡ, ਜਿਹੜਾ ਕਿ ਇੰਗਲੈਂਡ ਦਾ ਨੇਟਿਵ ਨਹੀਂ ਹੈ। ਸੋ ਉਹਦੇ ਵਿੱਚ ਸਾਰੇ ਹੀ ਆ ਜਾਣਗੇ ਜਿਹੜੇ ਵੀ ਕਿਸੇ ਵੀ ਕੰਟਰੀ ਨੂੰ ਬਿਲੋਂਗ ਕਰਦੇ ਹੈ ਪਰ ਇੰਗਲੈਂਡ ਨੂੰ ਬਿਲੋਂਗ ਨਹੀਂ ਕਰਦੇ ਪਰ ਇੰਗਲਿਸ਼ ਸਿੱਖਣਾ ਚਾਹੁੰਦੇ ਹੈ। ਨੈਕਸਟ ਦੇਖੋ, ਵਾਈ ਡਜ਼ ਸ਼ਾਅ ਥਿੰਕ ਦੈਟ ਸਪੀਕਰਸ ਆਫ ਅ ਪ੍ਰੋਵਿੰਸ਼ੀਅਲ ਔਰ ਕੋਕਨੀ ਡਾਇਲੈਕਟ may want to speak correct English? ਸੋ ਉਹਨੂੰ ਕਿਉਂ ਲੱਗਦਾ ਹੈ ਕਿ ਜਿਹੜੇ ਅੰਗਰੇਜ਼ ਪ੍ਰੋਵਿੰਸ਼ੀਅਲ ਜਾਂ ਕੋਕਨੀ ਡਾਇਲੈਕਟ ਬੋਲਦੇ ਹੈ ਉਹਨਾਂ ਦਾ ਵੀ ਮਨ ਕਰ ਸਕਦਾ ਹੈ ਕਿ ਉਹ ਚੰਗੀ ਅੰਗਰੇਜ਼ੀ ਸਿੱਖਣ। ਸੋ as you must have understood by now, if you have been listening carefully to the lectures, then what is the meaning of a provincial dialect? So provincial dialect simply means the variety of English language that is spoken in a particular province. किसी खास खेतर, किसी खास ਜ਼ਿਲ੍ਹੇ ਦੇ ਵਿੱਚ ਜਿਹੜੀ ਇੰਗਲਿਸ਼ ਦੀ ਵੈਰਾਈਟੀ ਬੋਲੀ ਜਾਂਦੀ ਹੈ। ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹਾਂ ਕਿ ਇਹ ਵਾਲੇ ਜਿਹੜੇ ਏਰੀਆਜ਼ ਹੈਗੇ ਹੈ, ਫੋਰ ਐਗਜ਼ਾਮਪਲ ਜਿਸ ਤਰ੍ਹਾਂ ਜਿਹੜੇ ਬਠਿੰਡਾ, ਪਟਿਆਲਾ, ਇਹ ਵਾਲੇ ਇਲਾਕੇ, ਇੱਥੇ ਕਿਹੜੀ ਪੰਜਾਬੀ ਬੋਲੀ ਜਾਂਦੀ? ਮਾਲਵੀ ਪੰਜਾਬੀ, ਮਤਲਬ ਉਹ ਖੇਤਰੀ ਭਾਸ਼ਾ ਹੈਗੀ ਉੱਥੋਂ ਦੀ। ਇਸੇ ਤਰ੍ਹਾਂ ਦੇ ਨਾਲ ਇੰਗਲਿਸ਼ ਦੀ ਜਿਹੜੀ ਵੈਰਾਈਟੀ ਕਿਸੇ ਖਾਸ ਪ੍ਰੋਵਿੰਸ ਵਿੱਚ ਬੋਲੀ ਜਾਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ? ਪ੍ਰੋਵਿੰਸ਼ੀਅਲ ਡਾਇਲੈਕਟ। ਅਤੇ ਕੋਕਨੀ ਡਾਇਲੈਕਟ ਸਿੰਪਲੀ ਇਹਦਾ ਮਤਲਬ ਕੀ ਹੈ? ਜਿਹੜੀ ਕਿ ਇੰਗਲਿਸ਼ ਦੀ ਵੈਰਾਈਟੀ ਲੰਡਨ ਦੇ ਵਿੱਚ ਬੋਲੀ ਜਾਂਦੀ ਹੈ। ਕਲੀਅਰ? ਸੋ ਇਹ ਕੀ ਬੋਲਦੇ ਹੈ? ਇਹ ਲੋਕ ਇਹਨਾਂ ਨੂੰ ਕਿਹੜੀ ਚੀਜ਼ ਨਾਲ ਇਹ ਵਾਕਿਫ ਹੈਗੇ ਹੈ? ਬਿਕੋਜ਼ ਦੇ ਸਪੀਕ ਅ ਡਾਇਲੈਕਟ। ਸੋ ਉਹਨਾਂ ਦਾ ਵੀ ਮਨ ਕਰ ਸਕਦਾ ਹੈ ਕਿ ਉਹ ਵਧੀਆ ਇੰਗਲਿਸ਼ ਬੋਲਣ, ਸਿੱਖਣ, ਜਿਹਦੇ ਨਾਲ ਕਿ ਉਹਨਾਂ ਨੂੰ ਕੀ ਮਿਲੇ? ਉਹਨਾਂ ਨੂੰ ਜੋਬ ਅੱਛੀ ਮਿਲੇ। ਸੋ ਦਿਸ ਇਜ਼ ਗਿਵਨ ਇਨ ਦ ਫਸਟ ਪੈਰਾਗ੍ਰਾਫ ਓਨਲੀ। ਉਹਨਾਂ ਨੂੰ ਕੀ ਲੱਗਦਾ ਜਿਹੜੇ ਲੋਕ ਅੰਗਰੇਜ਼ ਜਿਹੜੇ ਕਿ ਪ੍ਰੋਵਿੰਸ਼ੀਅਲ ਡਾਇਲੈਕਟ ਬੋਲਦੇ ਆ ਜਾਂ ਕੋਕਨੀ ਡਾਇਲੈਕਟ ਬੋਲਦੇ ਆ, ਉਹ ਆਪਣੇ ਮਨ ਦੇ ਵਿੱਚ ਥੋੜ੍ਹੀ ਜਿਹੀ ਹੀਨ ਭਾਵਨਾ ਉਹਨਾਂ ਦੀ। ਉਹਨਾਂ ਨੂੰ ਕੀ ਲੱਗਦਾ ਦੈਟ ਦੇ ਡੂ ਨਾਟ ਸਪੀਕ ਵੈਰੀ ਗੁੱਡ ਇੰਗਲਿਸ਼ ਐਂਡ ਉਹ ਕਿਉਂ ਸਿੱਖਣਾ ਚਾਹੁੰਦੇ ਹਨ? ਬਿਕੋਜ਼ ਦੇ ਵਾਂਟ ਬੈਟਰ ਇੰਪਲੋਇਮੈਂਟ, ਦੇ ਵਾਂਟ ਟੂ ਗੈਟ ਅ ਗੁੱਡ ਜੋਬ, ਦੈਟ ਇਜ਼ ਵਾਈ ਦੇ ਵਾਂਟ ਟੂ ਲਰਨ ਗੁੱਡ ਇੰਗਲਿਸ਼। ਮਤਲਬ ਅੰਗਰੇਜ਼ ਵੀ ਚੰਗੀ ਇੰਗਲਿਸ਼ ਸਿੱਖਣਾ ਚਾਹੁੰਦੇ ਹੈ। ਸੋ ਨੈਕਸਟ ਦੇਖੋ, ਵਾਟ ਵਾਜ਼ ਦ ਫੰਕਸ਼ਨ ਆਫ ਦ ਕਮੇਟੀ ਇਸਟੈਬਲਿਸ਼ ਬਾਈ ਦ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆਫ ਵਿਚ ਸ਼ਾਅ ਵਾਜ਼ ਅ ਮੈਂਬਰ? ਸੋ ਜਿਹੜੀ ਕੰਪਨੀ ਦਾ ਇਹਨੂੰ ਮੈਂਬਰ ਬਣਾਇਆ ਗਿਆ BBC ਵੱਲੋਂ, ਉਸ ਕਮੇਟੀ ਦੇ ਕੀ ਕੰਮ ਸੀਗਾ? ਕਿਉਂ ਕਮੇਟੀ ਬਣਾਈ ਗਈ? ਸੋ ਕਿਉਂ ਬਣਾਈ ਗਈ? ਬਿਕੋਜ਼ to train the speakers employed by the BBC as to how they should speak
so as to be a model of correct speech for the people of England। ਸੋ ਕਮੇਟੀ ਕਿਉਂ ਬਣਾਈ ਗਈ ਸੀ ਤਾਂ ਕਿ ਜਿਹੜੇ ਉੱਥੋਂ ਦੇ ਇੰਪਲੋਈਜ਼ ਹੈਗੇ ਆ ਜਿਹੜੇ ਕਿ ਨਿਊਜ਼ ਬੋਲਦੇ ਆ BBC ਤੇ ਜਾਂ ਕੋਈ ਅਨਾਊਂਸਮੈਂਟਸ ਕਰਦੇ ਆ ਜਾਂ ਕੋਈ ਇੰਟਰਵਿਊ ਲੈਂਦੇ ਆ ਉਹਨਾਂ ਨੂੰ ਸਹੀ ਇੰਗਲਿਸ਼ ਸਿਖਾਉਣ ਵਾਸਤੇ ਕਿ ਉਹ ਸਹੀ ਬੋਲਣ ਕਿਉਂਕਿ ਇਹ ਸਭ ਪਾਸੇ ਸਭ ਨੂੰ ਪਤਾ ਸੀ ਕਿ BBC ਦੇ ਉੱਪਰ ਜਿਸ ਤਰ੍ਹਾਂ ਦੀ ਇੰਗਲਿਸ਼ ਬੋਲੀ ਜਾਂਦੀ ਹੈ ਉਹਨੂੰ ਹੀ ਲੋਕੀ ਕਾਪੀ ਕਰਦੇ ਆ ਉਹਨੂੰ ਹੀ ਇਮੀਟੇਟ ਕਰਦੇ ਆ। ਸੋ ਇਸ ਕਰਕੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਜਾਂ BBC ਕੀ ਚਾਹੁੰਦੀ ਸੀ ਕਿ ਉਹਨਾਂ ਦੇ ਜਿਹੜੇ ਨਿਊਜ਼ ਰੀਡਰਸ ਹੈ ਜਾਂ ਜਿਹੜੇ ਅਨਾਊਂਸਰਸ ਹੈ ਉਹਨਾਂ ਦੀ ਜਿਹੜੀ ਇੰਗਲਿਸ਼ ਹੈ ਉਹ ਬਹੁਤ ਵਧੀਆ ਹੋਵੇ। ਫॉर ਦਿਸ ਪਰਪਸ ਦਿਸ ਕਮੇਟੀ ਵਾਜ਼ ਇਸਟੈਬਲਿਸ਼ਡ ਜਿਹਦੇ ਵਿੱਚ ਕਿ ਸ਼ਾਅ ਵੀ ਜਿਹਦਾ ਇੱਕ ਮੈਂਬਰ ਸੀਗਾ। ਸੋ ਆਈ ਹੋਪ ਦਿਸ ਇਜ਼ ਕਲੀਅਰ। ਨੈਕਸਟ ਦੇਖੋ ਵਾਈ ਵਾਜ਼ ਸ਼ਾਅ ਸਿਲੈਕਟਡ ਟੂ ਸਰਵ ਔਨ ਦਿਸ ਕਮੇਟੀ। ਸੋ ਸ਼ਾਅ ਨੂੰ ਇੱਥੇ ਇਸ ਕਮੇਟੀ ਦੇ ਵਿੱਚ ਕਿਉਂ ਰੱਖਿਆ ਗਿਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਖੂਬੀਆਂ ਸੀਗੀਆਂ। ਸੋ ਵਾਈ ਵਾਜ਼ ਹੀ ਸਿਲੈਕਟਡ ਦੇਖੋ ਕੀ ਆਏਗਾ ਇਹਦੇ ਵਿੱਚ। ਫਸਟ ਆਫ ਆਲ ਕਿ ਉਹ ਪਲੇਜ਼ ਬਹੁਤ ਅੱਛੇ ਲਿਖਦਾ ਸੀ ਇਹ ਉਹਨੂੰ ਕਿਉਂ ਕੀਤਾ ਗਿਆ ਬਿਕੋਜ਼ ਉਹਦੇ ਵਿੱਚ ਜਿਹੜੀ BBC ਸੀ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਸੀ ਉਹਨਾਂ ਨੂੰ ਸ਼ਾਅ ਦੇ ਵਿੱਚ ਕੀ ਖਾਸੀਅਤ ਦਿਖੀ ਕਿ ਇੱਕ ਤਾਂ ਇਹ ਹੀ ਰਾਈਟਸ ਪਲੇਜ਼ ਕਿ ਇਹ ਡਰਾਮੇ ਲਿਖਦਾ। ਦੂਜਾ ਉਹਦੇ ਵਿੱਚ ਖਾਸੀਅਤ ਕੀ ਸੀ ਕਿ ਇਹ ਕੀ ਕਰਦਾ ਹੀ ਆਲਸੋ ਸੁਪਰੀਟੈਂਡਸ ਦ ਰਿਹਰਸਲਸ ਆਫ ਹਿਸ ਪਲੇਜ਼ ਕਿ ਇਹ ਸਿਰਫ ਪਲੇਜ਼ ਲਿਖਦਾ ਹੀ ਨਹੀਂ ਹੈ ਬਲਕਿ ਪਲੇਜ਼ ਜਦੋਂ ਸਟੇਜ ਦੇ ਉੱਪਰ ਖੇਡੇ ਜਾਂਦੇ ਆ ਉਸ ਤੋਂ ਪਹਿਲਾਂ ਜਿਹੜੀਆਂ ਰਿਹਰਸਲਾਂ ਹੁੰਦੀਆਂ ਉਹ ਵੀ ਇਹਦੀ ਨਿਗਰਾਨੀ ਦੇ ਵਿੱਚ ਹੀ ਹੁੰਦੀਆਂ। ਸੋ ਜਿਹਦੇ ਕਰਕੇ ਕਿ BBC ਨੂੰ ਕੀ ਲੱਗਿਆ ਕਿ ਇਹ ਕੀ ਹੈਗਾ ਇਹ ਇੱਕ ਇਹਨੂੰ ਇੰਗਲਿਸ਼ ਬੋਲਣ ਦਾ ਕਾਫੀ ਪਤਾ ਹੈਗਾ ਕਿਉਂਕਿ ਇਹ ਵੀ ਰਿਹਰਸਲਾਂ ਵੀ ਕਰਵਾਉਂਦਾ ਹੈ ਕਿ ਜਿਹੜੇ ਪਲੇਜ਼ ਹੈ ਉਹਨਾਂ ਨੇ ਜਿਹੜੇ ਪਲੇਅਰਸ ਹੈਗੇ ਹੈ ਜਿਹੜੇ ਕਿ ਇਹਦੇ ਐਕਟਰਸ ਹੈ ਉਹਨਾਂ ਨੇ ਕਿੱਦਾਂ ਬੋਲਣਾ ਹੈਗਾ। ਔਰ ਤੀਸਰੇ ਇਹਦੇ ਵਿੱਚ ਖਾਸੀਅਤ ਕੀ ਸੀਗੀ ਸ਼ਾਅ ਦੇ ਵਿੱਚ ਕਿ ਐਵਰੀਬਡੀ ਨਿਊ ਦੈਟ ਹੀ ਵਾਜ਼ ਅ ਵੈਰੀ ਗੁੱਡ ਓਰੇਟਰ ਗੁੱਡ ਪਬਲਿਕ ਸਪੀਕਰ ਕਿ ਸਭ ਨੂੰ ਸੋ ਇਹ ਤਿੰਨ ਖਾਸੀਅਤਾਂ ਸੀਗੀ। ਇੱਕ ਤਾਂ ਹੀ ਵਾਜ਼ ਅ ਰਾਈਟਰ ਆਫ ਪਲੇਜ਼ secondly he used to look after the rehearsals of his own plays and thirdly he was a good speaker ਕਿ ਸਭ ਨੂੰ ਪਤਾ ਸੀ ਕਿ ਬਹੁਤ ਵਧੀਆ ਬੁਲਾਰਾ ਹੈ। ਸੋ ਇਸ ਕਰਕੇ ਇਹਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਗਿਆ। Shaw claims that people pronounce even the simplest and commonest words in English differently। ਇਹ ਹੁਣ question ਹੈ ਦੇਖੋ which words does he quote as an example। ਸੋ ਕਹਿੰਦਾ ਕਿ ਸਿੰਪਲ ਤੋਂ ਸਿੰਪਲ ਵਰਡਸ ਦੇ ਵਿੱਚ ਵੀ ਇੱਕ ਰਾਏ ਲੋਕਾਂ ਦੀ ਨਹੀਂ ਹੁੰਦੀ ਕੋਈ ਕਿਸੇ ਤਰ੍ਹਾਂ ਉਸ ਵਰਡ ਨੂੰ ਬੋਲਦਾ ਕੋਈ ਕਿਸੇ ਤਰ੍ਹਾਂ ਨੂੰ। ਸੋ ਕਿਹੜੇ ਵਰਡਸ ਉਹਨੇ ਦੋ ਐਗਜ਼ਾਮਪਲਸ ਦਿੱਤੀਆਂ ਆਈ ਹੋਪ ਯੂ ਨੋ ਦਿਸ ਯੈਸ ਐਂਡ ਨੋ। ਸੋ ਉਹਦੇ ਮੁਤਾਬਿਕ ਇਹ ਯੈਸ ਐਂਡ ਨੋ ਕਿਸੇ ਵੀ ਭਾਸ਼ਾ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਅਤੇ ਸਭ ਤੋਂ ਜ਼ਿਆਦਾ ਸਿੰਪਲ ਦੋ ਵਰਡਸ ਹੁੰਦੇ ਹੈ ਪਰ ਉਹਦੇ ਮੁਤਾਬਿਕ ਇੰਗਲਿਸ਼ ਦੇ ਵਿੱਚ ਇਹ ਵੀ ਲੋਕ ਕੀ ਕਰਦੇ ਹੈ ਅਲੱਗ-ਅਲੱਗ ਤਰ੍ਹਾਂ ਦੇ ਨਾਲ ਬੋਲਦੇ ਹੈ। ਸੋ ਉਹ ਜਿਹੜੀ ਕਮੇਟੀ ਸੀ ਉਹ ਇਸ ਗੱਲ 'ਤੇ ਵੀ ਉਲਝ ਜਾਂਦੀ ਸੀਗੀ ਕੋਈ ਕਹਿੰਦਾ ਸੀ ਯੈਸ ਇੱਦਾਂ ਬੋਲਣਾ ਹੈ ਕੋਈ ਕਹਿੰਦਾ ਸੀ ਇੱਦਾਂ ਬੋਲਣਾ ਹੈ। ਸੋ ਉਹਨਾਂ ਦੇ ਵਿੱਚ ਇੱਕ ਰਾਏ ਨਹੀਂ ਸੀ। ਨੈਕਸਟ ਦੇਖੋ ਹੁਣ F what backgrounds to some of the members of the committee come from। ਸੋ ਕੀ ਬੈਕਗਰਾਊਂਡ ਸੀਗੀ ਉਹਨਾਂ ਵਿੱਚੋਂ ਦੀ। ਸੋ ਕੁਛ ਸੀਗੇ ਆਇਰਿਸ਼ ਮੈਂਬਰਸ ਆਇਰਲੈਂਡ ਨੂੰ ਬਿਲੋਂਗ ਕਰਨ ਵਾਲੇ ਕੁਛ ਸਕਾਟਿਸ਼ ਮੈਂਬਰਸ ਸਕਾਟਲੈਂਡ ਨੂੰ ਬਿਲੋਂਗ ਕਰਦੇ ਸੀ ਵੈਲਸ਼ ਮੈਂਬਰਸ ਮੀਨਸ ਵੇਲਜ਼ ਨੂੰ ਬਿਲੋਂਗ ਕਰਦੇ ਸੀ WALES ਵੇਲਜ਼ ਨੂੰ ਬਿਲੋਂਗ ਕਰਦੇ ਸੀ ਕੁਛ ਆਕਸਫੋਰਡ ਯੂਨੀਵਰਸਿਟੀ ਮੈਂਬਰਸ ਸੀ ਔਰ ਕੁਛ ਕੀ ਸੀਗੇ ਕੁਛ ਆਕਸਫੋਰਡ ਯੂਨੀਵਰਸਿਟੀ ਦੇ ਤੋਂ ਪੜ੍ਹੇ ਹੋਏ ਸੀ ਜਾਂ ਉੱਥੇ ਪੜ੍ਹਾਉਂਦੇ ਸੀ ਔਰ ਕੁਛ ਕੀ ਸੀਗੇ ਅਮਰੀਕਾ ਨੂੰ ਬਿਲੋਂਗ ਕਰਦੇ ਸੀਗੇ। ਸੋ ਇਹ ਸਾਰੀਆਂ ਉਹਨਾਂ ਦੀਆਂ ਅਲੱਗ-ਅਲੱਗ ਬੈਕਗਰਾਊਂਡ ਸੀਗੀਆਂ। Why does Shaw think that he cannot present himself as a model of good English। ਸੋ ਫਿਰ ਉਹਨੂੰ ਜੇ ਪੁੱਛਿਆ ਜਾਏ ਸ਼ਾਅ ਨੂੰ ਕਿ ਕੀ ਤੁਸੀਂ ਬੋਲਦੇ ਤੁਹਾਨੂੰ ਕੀ ਅਸੀਂ ਮਾਡਲ ਚੁਣ ਕੇ ਤੁਹਾਡੀ ਨਕਲ ਕਰਕੇ ਅਸੀਂ ਵਧੀਆ ਹੀ ਅੰਗਰੇਜ਼ੀ ਸਿੱਖ ਸਕਦੇ ਹਾਂ। ਸੋ ਸ਼ਾਅ ਨੇ ਇੱਥੇ ਕੀ ਲਿਖਿਆ ਕਿ ਜੇ ਮੈਨੂੰ ਕੋਈ ਪੁੱਛੂਗਾ ਤਾਂ ਮੈਂ ਕੀ ਕਹੂੰਗਾ ਕਿ ਇੱਦਾਂ ਨਹੀਂ ਹੈ। ਤੇ ਕਿਉਂਕਿ ਪਹਿਲੀ ਗੱਲ ਤਾਂ ਕੀ ਹੈ ਕਿ he is an Irishman और दूसरी गल की है कि
sometimes he thinks that sometimes he is very careless with his speech. ਸੋ ਇੱਕ ਤਾਂ ਆਇਰਿਸ਼ਮੈਨ ਹੈ, ਆਇਰਿਸ਼ਮੈਨ ਹੋਣ ਕਰਕੇ ਆਇਰਲੈਂਡ ਨੂੰ ਬਿਲੋਂਗ ਕਰਦਾ ਹੈ, ਸੋ ਜਿੱਥੋਂ ਨੂੰ ਬਿਲੋਂਗ ਕਰਦਾ ਉਹਦਾ ਅਸਰ ਇਹਦੀ ਬੋਲਣ 'ਤੇ ਆ ਹੀ ਜਾਂਦਾ ਹੈ। ਸੋ ਉਹਨੂੰ ਕੀ ਲੱਗਦਾ ਕਿ he cannot be taken as a model of good speech। ਔਰ ਦੂਸਰੀ ਗੱਲ ਕੀ ਹੈ ਕਿ ਉਹਨੇ ਸਾਨੂੰ ਕੀ ਦੱਸਿਆ that I am sometimes very careless with my speech, especially when I am sitting at home with my wife। Next देखो, why does Shaw say he has to make an extra effort to speak carefully during public talks? क्लियर। सो क्यों कहता है कि मैं ਜਦੋਂ ਪਬਲਿਕਲੀ ਬੋਲਦਾ ਹੈ, ਜਦੋਂ ਮੈਂ ਭਾਸ਼ਣ ਦਿੰਦਾ ਹੈ ਤਾਂ ਮੈਂ ਬਹੁਤ ਜ਼ਿਆਦਾ ਕੇਅਰਫੁਲ ਹੁੰਦਾ ਹੈ। why? because he wants that even the people sitting in the last row should be able to make out, should be able to understand what he is saying। ਜਿਹਦੇ ਕਰਕੇ ਕਿ ਫਿਰ ਕੀ ਕਰਦਾ ਹੈਗਾ, he speaks very carefully when he is giving a public talk। ਹੁਣ next ਦੇਖੋ, next is why doesn't Shaw's wife always understand what he is saying? So क्यों नहीं understand कर पाती? Because he is many times very careless with his speech। ਬੋਲਣ 'ਚ ਲਾਪਰਵਾਹੀ ਕਰਦਾ ਹੈਗਾ ਜਿਹਦੇ ਕਰਕੇ ਕਿ ਵਾਈਫ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ। ਨੈਕਸਟ ਦੇਖੋ, ਜੇ Shaw suggests that if we compared the way family members converse among themselves with the way they talk to outsiders, we would be surprised by the difference। What reason does he give for suggesting this? So ਇਹਦੇ ਵਿੱਚੋਂ ਕੀ ਕਹਿੰਦਾ ਕਿ ਜੇ ਅਸੀਂ ਕਿਸੇ ਦੇ ਘਰ ਚੋਰੀ ਛੁਪੇ ਪਹਿਲਾਂ ਸੁਣੀਏ ਟੱਬਰ ਦੀਆਂ ਗੱਲਾਂ, ਫੈਮਿਲੀ ਦੀਆਂ ਗੱਲਾਂ, ਫਿਰ ਜਾ ਕੇ ਬੈਠ ਜਾਈਏ ਤਾਂ ਅਸੀਂ ਕੀ ਦੇਖਾਂਗੇ ਕਿ ਜਿੱਦਾਂ ਉਹ ਪਹਿਲਾਂ ਬੋਲ ਰਹੇ ਸੀਗੇ ਲੋਕ, ਉਹ ਬਹੁਤ ਜ਼ਿਆਦਾ ਅਲੱਗ ਤਰ੍ਹਾਂ ਨਾਲ ਬੋਲ ਰਹੀ ਸੀ ਸਾਰੀ ਫੈਮਿਲੀ ਜਦੋਂ ਇਕੱਲੇ ਬੈਠੇ ਸੀਗੇ। ਅਤੇ ਜਦੋਂ ਕੋਈ ਚਲਾ ਗਿਆ, ਜਦੋਂ ਤੁਸੀਂ ਜਾ ਕੇ ਬੈਠ ਗਏ ਤਾਂ ਉਹਨਾਂ ਦਾ ਬੋਲਣ ਚਾਲਣ ਦਾ ਢੰਗ ਜਿਹੜਾ ਹੈਗਾ ਉਹ ਕੀ ਹੈ, ਉਹ ਬਿਲਕੁਲ ਹੀ ਬਦਲ ਗਿਆ। ਸੋ ਇਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ? ਇਹਦੇ ਪਿੱਛੇ ਕੀ ਰੀਜ਼ਨ ਹੈ that we have different company manners and different home manners। ਕਿ ਸਾਡੇ ਕੰਪਨੀ ਮੈਨਰਸ ਦਾ ਸਿੰਪਲੀ ਇਹਦਾ ਮਤਲਬ ਕੀ ਹੈ, ਜਦੋਂ ਅਸੀਂ ਕਿਸੇ ਆਊਟਸਾਈਡਰ ਦੀ ਕੰਪਨੀ 'ਚ ਹੁੰਦੇ ਹਾਂ, ਉਹਦੇ ਨਾਲ ਬੈਠੇ ਹੁੰਦੇ ਹਾਂ, ਤਾਂ ਕੀ ਹੁੰਦਾ, ਵੀ ਸਪੀਕ ਡਿਫਰੈਂਟਲੀ, ਵੀ ਸਿਟ ਡਿਫਰੈਂਟਲੀ, ਵੀ ਈਟ ਡਿਫਰੈਂਟਲੀ। ਔਰ ਜਦੋਂ ਅਸੀਂ ਆਪਣੇ ਘਰਦਿਆਂ ਨਾਲ ਬੈਠੇ ਹੁੰਦੇ ਉਦੋਂ ਸਾਡੇ ਬੋਲਣ ਦਾ ਢੰਗ, ਬੈਠਣ ਦਾ ਢੰਗ, ਖੜੇ ਹੋਣ ਦਾ ਢੰਗ, ਖਾਣ ਪੀਣ ਦਾ ਢੰਗ ਜਿਹੜਾ ਫਰਕ ਹੁੰਦਾ ਹੈ। ਸੋ ਨੈਕਸਟ ਦੇਖੋ, what word does Shaw think his wife would hear if he said to her, what o'clock is it? Why does he think she would hear this and why does he think she would understand it? So ਜੇ ਉਹ ਪੁੱਛੇਗਾ ਆਪਣੀ ਵਾਈਫ ਨੂੰ ਤਾਂ ਵਾਈਫ ਨੂੰ ਸਿਰਫ ਕਿੰਨੀ ਕੁ ਉਹਦੀ ਗੱਲ ਸੁਣਨੀ ਹੈ ਜਿੰਨੀ ਕੁ ਉਹਨੇ ਬੋਲੀ ਹੈ, ਔਰ ਉਹ ਕੀ ਹੈ, ਕਲੌਕਸ ਇਟ। ਸੋ ਫਿਰ ਵੀ ਵਾਈਫ ਉਹਦੀ ਗੱਲ ਨੂੰ ਕਿਉਂ ਸਮਝ ਆਏਗੀ? ਬਿਕੋਜ਼ ਆਫ ਦ ਕੌਂਟੈਕਸਟ। ਕਿਉਂਕਿ ਵਾਈਫ ਨੂੰ ਇਹ ਪਤਾ ਹੈ ਪਹਿਲਾਂ ਤੋਂ ਹੀ ਕਿ ਇਹ ਇਸ ਵੇਲੇ ਟਾਈਮ ਹੀ ਪੁੱਛਦਾ ਹੋਣਾ ਹੈ, ਕਿਉਂਕਿ ਇਹਦੇ ਹੱਥ 'ਚ ਘੜੀ ਹੈ ਅਤੇ ਇਹਦੇ ਚਿਹਰੇ 'ਤੇ ਕਨਫਿਊਜ਼ਨ ਹੈ। ਸੋ ਇਸ ਕਰਕੇ ਵਾਈਫ ਅੰਡਰਸਟੈਂਡਸ ਹਿਮ ਬਿਕੋਜ਼ ਆਫ ਦ ਕੌਂਟੈਕਸਟ, ਬਿਕੋਜ਼ ਆਫ ਹਿਜ਼ ਜੈਸਚਰਸ। ਜੈਸਚਰਸ ਮੀਨਸ ਇਸ਼ਾਰੇ ਹੱਥਾਂ ਦੇ ਜਾਂ ਕਿਸੇ ਕੋਈ ਵੀ ਇਸ਼ਾਰੇ, ਐਂਡ ਫੇਸ਼ੀਅਲ ਐਕਸਪ੍ਰੈਸ਼ਨ। ਸੋ ਵਾਈਫ ਇਸ ਤਰ੍ਹਾਂ ਸਮਝ ਆਉਂਦੀ ਹੈ ਉਹਨੂੰ। ਨੈਕਸਟ ਦੇਖੋ, Shaw claims that no non-native speaker of English can use the stress and intonation of English like a native speaker। Quote the sentence in which he makes this claim। So Shaw ਇਹਦੇ ਵਿੱਚ ਕੀ ਕਹਿੰਦਾ ਕਿ ਕੋਈ ਵੀ ਜਿਹੜਾ ਕਿ ਇੰਗਲੈਂਡ ਦਾ ਵਸਨੀਕ ਨਹੀਂ ਹੈ, ਉਹ ਕਦੀ ਵੀ ਸਟਰੈਸ ਅਤੇ ਇੰਟੋਨੇਸ਼ਨ, ਸਟਰੈਸ ਦਾ ਮਤਲਬ ਕੀ ਹੈ ਕਿ ਕਿਸੇ ਵੀ ਵਰਡ ਦੇ ਵਿੱਚ ਕਿੱਥੇ ਜ਼ੋਰ ਦੇਣਾ ਜਾਂ ਕਿਸੇ ਵੀ ਸੈਂਟੈਂਸ ਦੇ ਵਿੱਚ ਕਿਹੜੇ ਪਾਰਟ ਦੇ ਵਿੱਚ ਜ਼ੋਰ ਦੇਣਾ ਹੈ ਅਤੇ ਕਿਹੜੇ ਪਾਰਟ ਦੇ ਵਿੱਚ ਸਟਰੈਸ ਨਹੀਂ ਦੇਣਾ। ਐਂਡ ਇੰਟੋਨੇਸ਼ਨ, ਇੰਟੋਨੇਸ਼ਨ ਦਾ ਵੀ ਕੀ ਮਤਲਬ ਹੈ, ਤੁਹਾਡਾ ਜਿਹੜਾ ਲਹਿਜਾ ਹੁੰਦਾ। ਫੋਰ ਐਗਜ਼ਾਮਪਲ ਯੋਰ ਰਾਈਜ਼ ਐਂਡ ਫਾਲ ਆਫ ਅ ਸੈਂਟੈਂਸ ਔਰ ਆਫ ਅ ਵਰਡ। ਸੋ ਉਹ ਕੀ ਕਹਿੰਦਾ ਕਿ ਕੋਈ ਵੀ
ਜਿਹੜਾ ਵਿਅਕਤੀ ਹੈ ਉਹ ਜਿਹੜਾ ਕਿ ਅੰਗਰੇਜ਼ ਨਹੀਂ ਹੈ, ਉਹ ਕਦੀ ਵੀ ਉੱਦਾਂ ਦੀ ਅੰਗਰੇਜ਼ੀ ਨਹੀਂ ਬੋਲ ਸਕਦਾ। ਉਹਦਾ ਜਿਹੜਾ ਲਹਿਜਾ ਹੁੰਦਾ ਹੈ, ਜਿਹੜਾ ਉਹਦਾ ਰਾਈਜ਼ ਐਂਡ ਫਾਲ ਆਫ ਵੋਇਸ ਹੈ, ਦੈਟ ਇਜ਼ ਡਿਫਰੈਂਟ। ਸੋ ਫਿਰ ਕੀ ਐਗਜ਼ਾਮਪਲ ਦਿੰਦਾ ਇਹਦੇ ਵਿੱਚ ਦੇਖੋ। ਸੋ ਵਿਚ ਐਗਜ਼ਾਮਪਲ ਡਜ਼ ਹੀ ਗਿਵ?